ਫਰਕ ਤਾਂ ਪੈਂਦਾ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤਰਨਤਾਰਨ ਦੇ ਪਿੰਡ ਜਿਓਵਾਲਾ ਦੇ ਵਿੱਚ 4 ਲੁਟੇਰਿਆਂ ਨੇ ਇੱਕ ਕੱਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ, ਲੁੱਟ ਲਿਆ। ਪਰ ਲੁੱਟਣ ਦਾ ਤਰੀਕਾ ਬਹੁਤ ਵੱਖਰਾ ਸੀ। ਇਹ ਪਹਿਲਾਂ ਲੁਟੇਰੇ ਦੁਕਾਨ ਦੇ ਵਿੱਚ ਵੜਦੇ ਨੇ, ਕੱਪੜੇ ਦੇਖਦੇ ਨੇ, ਆਪਣੀ ਪਸੰਦ ਦੇ ਪਾ ਕੇ ਵੀ ਚੈੱਕ ਕਰਦੇ ਨੇ ਤੇ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਤੇ ਲੁਟੇਰਿਆਂ ਨੇ ਪਹਿਲਾਂ ਆਮ ਨੌਜਵਾਨਾਂ ਵਾਂਗੂ ਕੱਪੜੇ ਪਾ ਕੇ ਵੇਖੇ, ਪਸੰਦ ਆਏ ਤੇ ਪੈਕਿੰਗ ਕਰਵਾ ਲਈ। ਪਰ ਜਦੋਂ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਦੁਕਾਨਦਾਰ ਤੇ ਪਿਸਤੌਲ ਤਾਣ ਦਿੱਤਾ। ਇਹ ਪਿਸਟਲ ਕੱਢ ਲੈਣੇ ਗੱਲੇ ਖੋਲੇ ਆ ਤੇ ਜਿਹੜੇ ਗੱਲਿਆਂ ਦੇ ਵਿੱਚ ਕੁਝ ਨਹੀਂ, ਉਹ ਦੇ ਗੱਲੇ ਵਿੱਚ ਪੈਸੇ ਨੂੰ ਲੋਕ ਲੱਗਾ ਸੀ ਤੇ ਬਾਅਦ ਚ ਇਹਨਾਂ ਨੂੰ ਪਿਸਟਲ ਕੱਢਿਆ, ਡਰ ਗਏ ਆ। ਲੁਟੇਰੀ ਕਰੀਬ 16000 ਰੁਪਏ ਦੇ ਕੀਮਤੀ ਕੱਪੜੇ ਲੁੱਟ ਕੇ ਫਰਾਰ ਹੋਏ ਨੇ, ਜਿਨ੍ਹਾਂ ਦੇ ਖਿਲਾਫ ਹੁਣ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ ਹੈ। ਹਰ ਮਤਲਬ ਸੀਸੀਟੀਵੀ ਕੈਮਰੇ ਵੇਖੇ ਜਾ ਰਹੇ ਆ ਤੇ ਉਹਨਾਂ ਦੇ ਪਿੱਛੇ ਹੁਣ ਵੀ ਮੈਂ ਫਿਰਦਾ ਹੀ ਸੀਸੀਟੀਵੀ ਕੈਮਰੇ ਵੇਖ ਕੇ ਤੇ ਹੁਣੇ ਹੀ ਹਲੇ ਆਇਆ ਵਾ ਤੇ ਹਾਲੇ ਤੱਕ ਪਰਚਾ ਅਸੀਂ ਕੱਲ ਹੀ ਦਰਜ ਕਰ ਦਿੱਤਾ। ਜਦੋਂ ਦਿਨ ਦਿਹਾੜੇ ਲੁੱਟਾਂ ਹੋਣ, ਆਮ ਲੋਕ ਰੋਜ਼ੀ ਰੋਟੀ ਕਮਾਉਣ ਤੋਂ ਵੀ ਡਰਨ ਲੱਗਣ ਤੇ ਪੁਲਿਸ ਪ੍ਰਸ਼ਾਸਨ ਸੱਪ ਲੰਘਣ ਤੋਂ ਬਾਅਦ ਸਿਰਫ ਲਕੀਰ ਪਿੱਟਦਾ ਰਹੇ ਤਾਂ ਫਰਕ ਤਾਂ ਪੈਂਦਾ ਹੈ। ਲਾਜ਼ਮੀ ਤੌਰ ਤੇ ਫਰਕ ਪੈਂਦਾ ਹੈ ਕਿ ਇੰਨੀ ਜੁਰਅਤ ਔਰ ਹਿੰਮਤ ਕਿੱਥੋਂ ਇਹਨਾਂ ਲੁਟੇਰਿਆਂ ਦੇ ਕੋਲ ਆਉਂਦੀ ਹੈ ਕਿ ਇਸ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਥੋੜੀ ਦੇਰ ਦੇ ਵਿੱਚ ਅਸੀਂ ਦਿਖਾਉਣ ਜਾ ਰਹੇ ਹਾਂ ਪ੍ਰੇਮੀ ਪ੍ਰੇਮਿਕਾ ਦਾ ਹਾਈ ਵੋਲਟੇਜ ਡਰਾਮਾ। ਇਹ ਕਿੱਥੇ ਹੋਇਆ ਪੂਰਾ ਘਟਨਾਕ੍ਰਮ? ਕਾਲਰ ਤੋਂ ਫੜ ਕੇ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਮੰਦਿਰ ਲੈ ਕੇ ਪਹੁੰਚ ਗਈ ਕਿ ਵਿਆਹ ਕਰਵਾ। ਪੂਰਾ ਮਾਮਲਾ ਕੀ ਹੈ, ਕਿੱਥੋਂ ਦਾ ਹੈ, ਥੋੜੀ ਦੇਰ ਦੇ ਵਿੱਚ। ਉਧਰ ਮੱਧ ਪ੍ਰਦੇਸ਼ ਦੇ ਭੀਵਾਪੁਰ ਦੇ ਵਿੱਚ ਇੱਕ ਪੈਟਰੋਲ ਪੰਪ ਮੈਨੇਜਰ ਦਾ ਕਤਲकांड ਫਿਲਮੀ ਸਟੋਰੀ ਤੋਂ ਘੱਟ ਨਹੀਂ, ਜਿਸ ਨੂੰ ਉਸਦੀ ਹੀ ਬੇਟੀ ਨੇ ਕਤਲ ਕਰਵਾ ਦਿੱਤਾ। ਤੇ ਧੀ ਨੇ ਆਪਣੇ ਪਿਤਾ ਨੂੰ ਮਾਰਨ ਦੇ ਲਈ ਕਾਤਲਾਂ ਨੂੰ 5 ਲੱਖ ਦੇ ਵਿੱਚ ਸੁਪਾਰੀ ਦਿੱਤੀ। ਹਾਲਾਂਕਿ ਪੁਲਿਸ ਨੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਗੁੱਥੀ ਸੁਲਝੀ ਤਾਂ ਧੀ ਹੀ ਪਿਤਾ ਦੇ ਕਤਲ ਦੀ ਮਾਸਟਰਮਾइंड निकली। उनकी बड़ी बेटी का जो है इसमें कॉन्स्पिरेसी में हाथ है, ऐसा हमको निष्पन्न हो रहा है। वी हैव प्रॉपर एविडेंस अगेंस्ट दैट। तो हमने बड़ी जो उनकी बेटी है विक्टिम की, उनको अभी ताबे में लिया है। शी हैज बीन अरेस्टेड। ਤੇ ਕਤਲ ਸਮੇਂ ਉਸ ਦਾ ਪਿਤਾ ਪੈਟਰੋਲ ਪੰਪ ਦੇ ਉੱਤੇ ਕੰਮ ਕਰ ਰਿਹਾ ਸੀ ਤੇ ਪਿੱਛੋਂ ਆਏ 3 ਕਾਤਲਾਂ ਨੇ ਉਸ ਨੂੰ 20 ਸੈਕਿੰਡ ਦੇ ਵਿੱਚ 29 ਵਾਰ ਚਾਕੂ ਮਾਰੇ। ਪੁਲਿਸ ਨੇ ਕਤਲ ਦੀ ਵਜ੍ਹਾ ਜਾਇਦਾਦ ਦੇ ਝਗੜੇ ਨੂੰ ਦੱਸਿਆ ਹੈ। एंड प्राइमा फेसी हमारा शक्यता ये है कि इट इज़ रिलेटेड टू प्रॉपर्टी एंड धन वगैरह है, उसको लेके शायद मेन रीज़न हो सकता है। ਇਹ ਵੀ ਕਿਹਾ ਗਿਆ ਕਿ ਮ੍ਰਿਤਕ ਵਿਅਕਤੀ ਦੇ ਹੋਰ ਔਰਤਾਂ ਨਾਲ ਨਜਾਇਜ਼ ਸਬੰਧ ਸੀ, ਜਿਸ ਕਾਰਨ ਪ੍ਰਾਪਰਟੀ ਦਾ ਵਿਵਾਦ ਖੜਾ ਹੋਇਆ ਤੇ ਧੀ ਨੇ ਪਿਤਾ ਦੀ ਹੀ ਸੁਪਾਰੀ ਦੇ ਦਿੱਤੀ। ਮਾਮਲਾ ਬੇਸ਼ੱਕ ਮੱਧ ਪ੍ਰਦੇਸ਼ ਦਾ ਹੈ, ਪਰ ਆਪਣੇ ਪਿਤਾ ਦਾ ਕੋਈ ਸੁਪਾਰੀ ਦੇ ਦੇਵੇ, ਕੋਈ ਧੀ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲੱਗਣ, ਇਹ ਖਬਰ ਜ਼ਿਆਦਾ ਤੁਹਾਨੂੰ ਸੁਣਨ ਨੂੰ ਨਹੀਂ ਮਿਲਦੀ ਆ, ਕਈਆਂ ਨੇ ਤਾਂ ਪਹਿਲੀ ਵਾਰ ਸੁਣੀ ਹੋਏਗੀ। ਖੈਰ, ਜਦੋਂ ਇੱਕ ਬੇਟੀ ਹੀ ਆਪਣੇ ਪਿਤਾ ਦੀ ਸੁਪਾਰੀ ਦੇ ਦੇਵੇ, ਕਤਲ ਕਰਵਾ ਦੇਵੇ, ਫਿਰ ਫਰਕ ਤਾਂ ਪੈਂਦਾ। ਉਧਰ ਮੋਹਾਲੀ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਨਜ਼ਰ ਆਇਆ, ਜਿੱਥੇ ਇੱਕ ਬੇਕਾਬੂ ਲਗਜ਼ਰੀ ਗੱਡੀ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਤੇ ਹਾਦਸਾ ਮੋਹਾਲੀ 에ਅਰਪੋਰਟ ਰੋਡ ਤੇ ਵਾਪਰਿਆ। ਕਾਰ ਚਾਲਕ ਨੇ ਲਾਲ ਬੱਤੀ ਤੇ ਕਾਰ ਰੋਕਣ ਦੀ ਬਜਾਏ ਕਾਰ ਤੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਉਸ ਦੀ ਖੁਦ ਦੀ ਕਾਰ ਵੀ ਦਰਖਤ ਦੇ ਨਾਲ ਜਾ ਟਕਰਾਈ। ਪਿੱਛੋਂ ਮਾਰੀ ਜੀ, ਲਾਈਟਾਂ ਦੇ ਖੜਿਆਂ ਤੇ ਲਾਈਟ ਦੇ ਉੱਤੇ ਖੜੇ ਤੇ। ਹਾਦਸੇ 'ਚ 2 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ, ਜਦਕਿ ਕਾਰ ਚਾਲਕ ਨੂੰ ਲੋਕਾਂ ਨੇ ਮੌਕੇ ਤੇ ਹੀ ਕਾਬੂ ਕਰ ਲਿਆ। ਪੁਲਿਸ ਵੀ ਪਹੁੰਚੀ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਨਾ ਇੱਕ ਇੰਡੈਵਰ ਆ ਰਹੀ ਸੀ ਇੱਧਰ ਸਿੰਘ ਸ਼ਹੀਦਾਂ ਗੁਰਦੁਆਰੇ ਦੀ ਸਾਈਡ ਤੋਂ, ਉਹ ਕਾਫੀ ਤੇਜ਼ ਸੀ। ਉਹਨੇ ਪਿੱਛੋਂ ਆ ਕੇ ਪਹਿਲਾਂ ਇੱਕ ਗੱਡੀ ਨੂੰ ਹਿੱਟ ਕੀਤਾ, ਨਾਲ ਹੀ ਇੱਕ ਐਕਟਿਵਾ ਵਾਲਾ ਵੀ ਲਪੇਟ 'ਚ ਆ ਗਿਆ। ਇਹ ਜਿਹੜੇ ਦੋਨੇ ਜ਼ਖਮੀ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਹੈ। ਇੰਡੈਵਰ ਵਾਲਾ ਜਿਹੜਾ ਬੰਦਾ ਹੈ ਉਹਨੂੰ ਅਸੀਂ ਕਾਬੂ ਕਰ ਲਿਆ, ਤਫਤੀਸ਼ ਕਰ ਰਹੇ ਹਾਂ। ਭਾਵੇਂ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੋਵੇ, ਪਰ ਸਵਾਲ ਇਹ ਕਿ ਤੇਜ਼ ਰਫ਼ਤਾਰੀ ਕਦੋਂ ਰੁਕੇਗੀ ਤੇ ਕਦੋਂ ਤੱਕ ਲੋਕ ਕਿਸੇ ਹੋਰ ਦੀ ਗਲਤੀ ਦਾ ਖਾਮਿਆਜ਼ਾ ਭੁਗਤਦੇ ਰਹਿਣਗੇ। ਖੈਰ, ਜੋ ਗੱਡੀ ਚਲਾ ਰਹੇ ਸੀ ਜਨਾਬ, ਇਹਨਾਂ ਨੂੰ ਰੋਕਣਾ ਜਾਂ ਦੱਸਣਾ ਪਏਗਾ ਕਿ ਰੈੱਡ ਲਾਈਟ ਜਦੋਂ ਹੁੰਦੀ ਹੈ ਤਾਂ ਤੁਹਾਨੂੰ ਕਾਰ ਰੋਕਣੀ ਪੈਂਦੀ ਹੈ, ਬੇਸ਼ੱਕ ਤੁਹਾਡੇ ਥੱਲੇ ਗੱਡੀ 50 ਲੱਖ ਰੁਪਏ ਦੀ ਹੋਵੇ। ਉਧਰ ਮੋਹਾਲੀ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਤੇ ਮੋਗਾ ਦੇ ਬਾਗਾ ਪੁਰਾਣਾ ਦੇ ਵਿੱਚ ਮੀਂਹ ਦੀ ਵਜ੍ਹਾ ਦੇ ਨਾਲ ਪੰਜਾਬ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫ਼ਤਾਰ ਬੱਸ ਸੰਤੁਲਨ ਵਿਗੜਨ ਦੇ ਨਾਲ ਪਲਟ ਗਈ ਅਤੇ ਇੱਕ ਦੁਕਾਨ ਦੇ ਵਿੱਚ ਜਾ ਵੜੀ। 8 ਤੋਂ 10 ਯਾਤਰੀ ਗੰਭੀਰ ਜ਼ਖਮੀ ਹੋਏ, ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਮੋਗਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ।
ਉਹਦਾ ਜਿਹੜਾ ਇੱਕ ਸਰਕਾਰੀ ਜਿਹੜਾ ਪੋਲ ਸੀਗਾ ਬਿਜਲੀ ਦਾ ਉਹ ਨੁਕਸਾਨਿਆ ਗਿਆ, 2-3 ਸਕੂਟਰੀਆਂ ਸੀ ਉਹ ਨੁਕਸਾਨੀਆਂ ਗਈਆਂ ਅਤੇ ਬੱਸ ਦੇ ਵਿੱਚ ਕਾਫੀ ਸਵਾਰੀਆਂ ਸਨ ਜਿਨ੍ਹਾਂ ਦੇ ਕਾਫੀ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ। ਪੰਜਾਬ ਰੋਡਵੇਜ਼ ਦੀ ਬੱਸ ਲੁਧਿਆਣਾ ਤੋਂ ਮੁਕਤਸਰ ਜਾ ਰਹੀ ਸੀ। ਉੱਥੇ ਹੀ ਕੁਝ ਮੁਸਾਫਰਾਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ। ਮੀਂਹ ਪੈ ਰਿਹਾ ਸੀ ਤੇ ਡਰਾਈਵਰ ਨੇ ਇੱਕਦਮ ਬ੍ਰੇਕ ਲਗਾ ਦਿੱਤੀ ਤੇ ਬੱਸ ਪਲਟ ਗਈ। ਇਹ ਪੰਜਾਬ ਰੋਡਵੇਜ਼ ਦੀ ਬੱਸ ਹੈ ਜੀ, ਜਿਹਦਾ ਡਰਾਈਵਰ ਗੁਰਮੀਤ ਸਿੰਘ ਹੈ, ਕਰਮਗੜ੍ਹ ਜੀ ਦਾ ਪਿੰਡ ਹੈ ਮਲੋਟ ਦੇ ਨਾਲ, ਉਹ ਚਲਾ ਰਿਹਾ ਸੀਗਾ। ਜਿਸ ਦੇ ਦੱਸਣ ਮੁਤਾਬਕ ਇਹ ਜਿਹੜੀ ਬੱਸ ਬਾਰਿਸ਼ ਕਰਕੇ ਬ੍ਰੇਕ ਲਾਉਣ ਕਰਕੇ ਜਾਮ ਹੋਣ ਕਰਕੇ ਜਿਹੜੀ ਆਊਟ ਆਫ ਕੰਟਰੋਲ ਹੋ ਗਈ। ਰਾਹਤ ਦੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਹਾਦਸੇ ਦੀ ਵਜ੍ਹਾ ਦੇ ਨਾਲ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਕੁਝ 2 ਵੀਲਰ ਵੀ ਨੁਕਸਾਨੇ ਗਏ ਨੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਪ੍ਰੇਮੀ ਪ੍ਰੇਮਿਕਾ ਦੇ ਹਾਈ ਵੋਲਟੇਜ ਡਰਾਮੇ ਦੀ। ਇੱਕ ਖਬਰ ਹੈ ਬਿਹਾਰ ਤੋਂ। ਬਿਹਾਰ ਦੇ ਭਾਗਲਪੁਰ ਦੇ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋਇਆ ਜਦੋਂ ਇੱਕ ਕੁੜੀ ਆਪਣੇ ਪ੍ਰੇਮੀ ਨੂੰ ਕਾਲਰ ਤੋਂ ਫੜ ਕੇ ਵਿਆਹ ਦੇ ਲਈ ਮੰਦਿਰ ਲੈ ਕੇ ਪਹੁੰਚ ਗਈ। ਤੇ ਕੁੜੀ ਉਸ ਜਗ੍ਹਾ ਦੇ ਉੱਤੇ ਪਹੁੰਚੀ ਜਿੱਥੇ ਮੁੰਡਾ ਕੰਮ ਕਰਦਾ ਸੀ। ਮੁੰਡੇ ਨੂੰ ਕਾਲਰ ਤੋਂ ਫੜਿਆ ਤੇ ਮੰਦਿਰ ਲੈ ਕੇ ਪਹੁੰਚ ਗਈ। ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫਿਰ ਲੋਕਾਂ ਨੇ ਵੀ ਉਸ ਨੂੰ ਦਬੋਚ ਲਿਆ। ਕੁੜੀ ਦਾ ਇਲਜ਼ਾਮ ਹੈ ਕਿ ਮੁੰਡਾ 2 ਸਾਲ ਤੋਂ ਉਸ ਦੇ ਨਾਲ ਰਿਲੇਸ਼ਨ ਦੇ ਵਿੱਚ ਹੈ ਅਤੇ ਇਸ ਨੂੰ ਹੁਣ ਗਰਭਵਤੀ ਕਰਕੇ ਵਿਆਹ ਤੋਂ ਮੁੱਕਰ ਰਿਹਾ ਹੈ। एसपी ऑफिस गए ना सर को सारा घटना हम बताए कि ऐसे ऐसे हमसे उसके ऊपर हम केस किए थे, उसका बेल हो गया सर और हमसे मिलते जुलता रहा। हमको अभी गर्भवती है, 1.5 महीना का हमको गर्भवती है अभी सर। अभी ये इनकार भाग रहा है, छोड़ के हमको चला गया अभी। ਜਦਕਿ ਲੜਕੇ ਦੇ ਮੁਤਾਬਿਕ ਕੁੜੀ ਨੇ ਪਹਿਲਾਂ ਵੀ ਉਸ ਤੇ ਰੇਪ ਕੇਸ ਕੀਤਾ ਸੀ ਜਿਸ ਚੋਂ ਉਸ ਨੂੰ ਜ਼ਮਾਨਤ ਮਿਲ ਗਈ ਤੇ ਹੁਣ ਦੁਬਾਰਾ ਉਸ ਤੇ ਵਿਆਹ ਦੇ ਲਈ ਦਬਾਅ ਬਣਾ ਰਹੀ ਹੈ। क्या हुआ था, पहले मेरे ऊपर रेप केस किया था। रेप केस में बेल करा चुके हैं। अब ये जो मुझे जबरदस्ती बोला कि शादी करो और इससे कोई बात नहीं। जब पहले हुआ तब बोले मेल कर लो, ये नहीं की। उसके बाद हम अपना बेल करा लिए। अब इसका ये कहा ऐसे कर रहे हैं मेरे साथ। ਕੁੜੀ ਨੇ ਵਿਆਹ ਨਾ ਹੋਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਦੀ ਧਮਕੀ ਵੀ ਦਿੱਤੀ। ਉਧਰ ਹੰਗਾਮੇ ਦੌਰਾਨ ਪੁਲਿਸ ਟੀਮ ਪਹੁੰਚੀ ਤੇ ਦੋਵਾਂ ਨੂੰ ਥਾਣੇ ਲੈ ਗਈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਦੀ ਯਾਤਰਾ ਤੋਂ ਬਾਅਦ ਦਿੱਲੀ ਪਰਤੇ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਸਵਾਗਤ ਦੇ ਲਈ ਕਈ ਬੀਜੇਪੀ ਵਰਕਰ ਰਾਤ ਭਰ ਤੋਂ ਪਾਲਮ 에ਅਰਪੋਰਟ ਦੇ ਬਾਹਰ ਹੀ ਖੜੇ ਹੋਏ ਸਨ। ਬੀਜੇਪੀ ਦੀ ਦਿੱਲੀ ਯੂਨਿਟ ਨੇ ਪ੍ਰਧਾਨ ਮੰਤਰੀ ਦੇ ਸਵਾਗਤ ਦੇ ਵਿੱਚ ਰਾਤ ਭਰ 에ਅਰਪੋਰਟ ਦੇ ਬਾਹਰ ਹੀ ਜਸ਼ਨ ਮਨਾਇਆ। ਪਾਰਟੀ ਦੇ ਮੁਖੀ ਜੇਪੀ ਨੱਡਾ ਖੁਦ ਪ੍ਰਧਾਨ ਮੰਤਰੀ ਦੇ ਸਵਾਗਤ ਦੇ ਲਈ ਪਾਲਮ 에ਅਰਪੋਰਟ ਪਹੁੰਚੇ ਸਨ। ਇਸ ਤੋਂ ਬਾਅਦ ਪੀਐਮ ਨੇ ਉੱਥੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। आप सबने देश को पूर्ण बहुमत वाली सरकार बनाई और जब पूर्ण बहुमत वाली सरकार का प्रतिनिधि विश्व के सामने जब कोई बात बताता है तो दुनिया ये विश्वास करती है कि ये अकेला नहीं बोल रहा है, 140 करोड़ लोग बोल रहे हैं। ਪ੍ਰਧਾਨ ਮੰਤਰੀ ਮੋਦੀ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਸਨ। ਜਾਪਾਨ 'ਚ ਪ੍ਰਧਾਨ ਮੰਤਰੀ ਮੋਦੀ G20 ਅਤੇ ਕੁਆਡ ਦੇਸ਼ਾਂ ਦੀ ਬੈਠਕਾਂ 'ਚ ਸ਼ਾਮਲ ਹੋਏ। ਇਸ ਤੋਂ ਬਾਅਦ ਉਹ ਪਾਪੂਆ ਨਿਊ ਗਿਨੀ ਗਏ। 22 ਮਈ ਨੂੰ ਆਸਟ੍ਰੇਲੀਆ ਪਹੁੰਚੇ ਸਨ ਜਿੱਥੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਵੀ ਪ੍ਰਧਾਨ ਮੰਤਰੀ ਸ਼ਾਮਲ ਹੋਏ ਸੀ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੌਰੇ ਦੇ ਉੱਤੇ ਰਹੇ ਤੇ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਹੋਈ ਬਾਲੀਵੁੱਡ ਦੇ ਵੱਡੇ ਗਾਇਕ ਸੁਖਵਿੰਦਰ ਸਿੰਘ ਨਾਲ। ਉਹਨਾਂ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਜਿੱਥੇ ਗਾਇਕ ਸੁਖਵਿੰਦਰ ਦੇ ਵੱਲੋਂ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਰਵਾਇਤ ਦੇ ਮੁਤਾਬਿਕ ਸੀਐਮ ਦਾ ਸਵਾਗਤ ਕੀਤਾ ਗਿਆ। ਭਰਵਾਂ ਸਵਾਗਤ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਨੇ ਸੀਐਮ ਨੂੰ ਸਨਮਾਨਿਤ ਵੀ ਕੀਤਾ। ਦੱਸ ਦਈਏ ਕਿ ਸੀਐਮ ਮਾਨ ਕੇਜਰੀਵਾਲ ਦੇ ਨਾਲ ਮੁੰਬਈ ਦੌਰੇ ਦੇ ਉੱਤੇ ਨੇ ਤੇ ਇਸ ਵਿਚਾਲੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਲਾਕਾਰੀ ਦੇ ਖੇਤਰ ਦੇ ਨਾਲ ਜੁੜੇ ਰਹੇ ਨੇ, ਇਸ ਕਰਕੇ ਉਹਨਾਂ ਦੇ ਤੁਸੀਂ ਕਹਿ ਸਕਦੇ ਹੋ ਕਿ ਇਹ ਪੁਰਾਣੇ ਮਿੱਤਰ ਨੇ ਜਿਨ੍ਹਾਂ ਦੇ ਨਾਲ ਉਹ ਮੁਲਾਕਾਤ ਕਰ ਰਹੇ ਨੇ। ਸੁਖਵਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੁਖਵਿੰਦਰ ਬਹੁਤ ਵੱਡੇ ਗਾਇਕ ਨੇ ਬਾਲੀਵੁੱਡ ਦੇ, ਆਪਾਂ ਸਾਰੇ ਜਾਣਦੇ ਹਾਂ। ਬਹੁਤ ਵੱਡੇ ਵੱਡੇ ਹਿੱਟਸ ਜਿਹੜੇ ਨੇ ਉਹਨਾਂ ਦੇ ਵੱਲੋਂ ਗਾਏ ਗਾਣੇ ਹਿੱਟ ਹੋਏ ਨੇ। ਉਹਨਾਂ ਦੇ ਘਰ ਜਦੋਂ ਪਹੁੰਚੇ ਮੁੱਖ ਮੰਤਰੀ ਤਾਂ ਕੁਝ ਇਸ ਤਰੀਕੇ ਨਾਲ ਸੁਖਵਿੰਦਰ ਨੇ ਸਵਾਗਤ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦਾ। ਭਰਵਾਂ ਸਵਾਗਤ, ਫਿਰ ਸੀਐਮ ਵੀ ਜੱਫੀ ਪਾ ਕੇ ਮਿਲੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਐਂਟਰੀ।
खैर जो पंजाब तो बहुत दूर मुंबई दे विच दो पुराने यार मिलन और स्वागत कुछ इस तरीके नाल होवे फिर फर्क तां पैंदा है। अगे वधदे हां वारी अज दे सवाल दी है, मुख्यमंत्री बनन वाले पहले अदाकार कौन सी? ये अज दा सवाल है। ए MG रामचंद्रन MGR, B जयललिता, C NT रामाराव NTR या ऑप्शन डी M करुणानिधि। ये सवाल इस करके भी है क्योंकि मुलाकातां बहुत सियासतदानां दियां वख-वख थावां ते होईयां ने। एक मुलाकात हुई गिप्पी गरेवाल दी गजेंद्र शेखावत केंद्रीय मंत्री दे नाल, बीजेपी दा वड्डा चेहरा ने हो, गिप्पी गरेवाल दी उन्हां नाल मुलाकात हुई, उस दियां कुछ तस्वीरां सामने आईयां। ते एक मुलाकात मुंबई दे विच मुख्यमंत्री भगवंत मान दी वड्डे गायक सुखविंदर सिंह दे नाल हुई। इस सवाल का जवाब थोड़ी देर दे विच ही प्रोग्राम के दौरान असीं तुहाडे सामने रखांगे। हुण खबर लैने पायल तो। पायल दे पिंड धौल माजरा दे विच बैल दौड़ां करवाईयां ने। ते इस बैल दौड़ दे विच 100 के करीब बैल दौड़ाक शामिल हुए। बुलकाट रेस इसनूं कहा जाता है, जिन्हां ने बैल दौड़ां मुड़ शुरू होने दे उत्ते खुशी का प्रगटावा किया। दस दिए कि सुप्रीम कोर्ट ने बैल दौड़ां ते पाबंदी लगाई हुई सी ते हुण पाबंदी हटण तो बाद करीब 13 साल बाद मुड़ बुलकाट रेस हो रही है, शुरू हुई है। ते इस मौके सुप्रीम कोर्ट केस लड़न वाले वकील विभू सुशांत होरां नूं सन्मानित भी किया गया। किला रायपुर दियां खेडां जिहड़ियां जाणीआं जांदियां ने वो 11 जून को उत्थे भी बैल दौड़ां करवाईयां जाणगियां। इस बार लाजमी तौर पर खूब खिच का केंद्र रहेगी पूरी रेस। किला रायपुर दी रवायती खेडां नूं मिनी ओलंपिक्स के तौर के उत्ते भी जानिया जाए। 2014 का ऑर्डर था ये राजन वाला, जिसपे कि सारी बैलों की रेसों को और जल्लीकट्टू वाले जो फेस्टिवल को बैन कर दिया गया था, वो दोबारा उस जजमेंट के तहत उसको सेट असाइड कर दिया है और इसमें रीति रिवाज के आधार पे और रिलीजन के आधार पे इसे शुरू कर दिया। ਜਿਹੜਾ ਸਾਡਾ ਫੈਸਲਾ ਸੁਪਰੀਮ ਕੋਰਟ ਦੇ ਵਿੱਚੋਂ ਆਇਆ, ਉਸ ਦੀ ਖੁਸ਼ੀ ਦੇ ਵਿੱਚ ਸਾਡੇ ਸੀਨੀਅਰ ਵਕੀਲ ਵਿਭੂਤ ਸ਼ਸ਼ਾਂਕ ਜੀ ਦਿੱਲੀ ਤੋਂ ਆਏ ਨੇ। ਸਾਡੇ ਮਨਾਂ ਦੇ ਵਿੱਚ ਸੀਗਾ ਵੀ ਅਸੀਂ ਜਦੋਂ ਵੀ ਸਾਡੇ ਫੈਸਲਾ ਹੱਕ ਦੇ ਵਿੱਚ ਆਇਆ, ਉਹ ਤੁਹਾਨੂੰ ਵਕੀਲ ਸਾਹਿਬ ਨੇ ਦੱਸੀ ਦਿੱਤਾ ਵੀ ਅਸੀਂ ਇਹਨਾਂ ਨੂੰ ਸਨਮਾਨਿਤ ਕਰਨਾ। शौक जी सानू ਇਹ ਦਾਦੇ ਪੜਦਾਦਿਆਂ ਤੋਂ ਲੈ ਕੇ ਆਈ ਜਾਣੀ ਮੈਨੂੰ ਵੀ 30-35 ਸਾਲ ਹੋ ਗਏ ਲਾਈਨ 'ਚ ਪਏ ਨੂੰ। ਸਾਡੀਆਂ ਖੇਡਾਂ ਸੀ ਜੋ ਇਹ 14-15 ਸਾਲ ਤੋਂ ਬੰਦ ਸੀ। ਮਾਨਯੋਗ ਸੁਪਰੀਮ ਕੋਰਟ ਨੇ ਹੁਣ ਸਾਡੀਆਂ ਜਿਹੜੀਆਂ ਜੋ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਵੀ ਇਹ ਬੁਲਕਾਟ ਰੇਸ ਖੂਬ ਖਿੱਚ ਦਾ ਕੇਂਦਰ ਰਹਿੰਦੀ ਹੈ ਔਰ 11 ਜੂਨ ਤੋਂ ਉੱਥੇ ਵੀ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਨੇ। ਅੱਗੇ ਵਧਦੇ ਤੇ ਗੱਲ 2000 ਦੇ ਨੋਟ ਦੀ ਖੂਬ ਚਰਚਾ 'ਚ ਹੈ। RBI ਦੇ 2000 ਦੇ ਨੋਟ ਦੇ ਸਰਕੂਲੇਸ਼ਨ ਨੂੰ ਲੈ ਕੇ ਆਏ ਫੈਸਲੇ ਤੋਂ ਬਾਅਦ ਜਲੰਧਰ ਦੇ ਪੈਟਰੋਲ ਪੰਪ ਮਾਲਕ ਪਰੇਸ਼ਾਨ। 2000 ਦੇ ਨੋਟ ਹੁਣ ਬੈਂਕ ਦੇ ਵਿੱਚ ਵਾਪਸ ਆਉਣ ਲੱਗੇ ਨੇ। ਬਾਵਜੂਦ ਇਸ ਦੇ ਪੈਟਰੋਲ ਪੰਪ ਦੇ ਉੱਤੇ ਸਭ ਤੋਂ ਜ਼ਿਆਦਾ ਲੋਕ 2000 ਦੇ ਨੋਟ ਲੈ ਕੇ ਪਹੁੰਚ ਰਹੇ ਨੇ। ਅਜਿਹੇ 'ਚ ਪੈਟਰੋਲ ਪੰਪ ਮੁਲਾਜ਼ਮਾਂ ਦੇ ਸਾਹਮਣੇ ਨਵੀਂ ਪਰੇਸ਼ਾਨੀ ਖੜੀ ਹੋ ਗਈ ਹੈ। ਟੋਟਲ ਸੇਲਸ 10 ਤੋਂ 15% ਦੀ ਸਾਡੀ ਸੇਲ ਸੀਗੀ ਜਿਹੜੀ 2000 ਦੇ ਨੋਟ ਹੁੰਦੇ ਸੀਗੇ। ਜਿਸ ਦਿਨ ਤੋਂ ਇਹ ਰੈਗੂਲੇਸ਼ਨ ਇੰਡਿਊਸ ਹੋਈ, ਜਿਸ ਤਰ੍ਹਾਂ 2000 ਨੂੰ ਵਿਡਰਾ ਕੀਤਾ ਹੈ, ਉਸ ਦਿਨ ਦੇ ਬਾਅਦ ਅਪਰੋਕਸੀਮੇਟਲੀ 90% ਤੱਕ ਜਿਹੜੇ ਨੋਟ ਹੈ 2000 ਦੇ ਆ ਰਹੇ। ਤੇ ਕਸਟਮਰ ਨੂੰ ਸਿਰਫ ਰਿਕੁਐਸਟ ਕੀਤੀ ਜਾ ਰਹੀ ਹੈ, ਜਿਹੜਾ 150 ਦਾ ਕਸਟਮਰ ਹੈ, 200 ਦਾ ਕਸਟਮਰ ਹੈ, ਉਹਨੂੰ ਰਿਕੁਐਸਟ ਕਰਦੇ ਨੇ ਕਿ ਸਰ ਤੁਸੀਂ ਟੈਂਕ ਫੁੱਲ ਕਰਵਾ ਸਕਦੇ ਤਾਂ ਕਰਵਾ ਲਓ, ਸੋ ਦੈਟ ਕਿ ਸਾਨੂੰ ਜਾਂ ਛੋਟੀ ਡਿਨੋਮੀਨੇਸ਼ਨ ਦਾ ਨੋਟ ਦੇ ਦਿਓ, ਸੋ ਦੈਟ ਕਿ ਤੁਹਾਨੂੰ ਆਪਾਂ ਚੇਂਜ ਪ੍ਰੋਵਾਈਡ ਕੀਤਾ। ਜਲੰਧਰ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਅਜਿਹੇ 'ਚ ਪੈਟਰੋਲ ਪੰਪ ਦੇ ਵੱਲੋਂ ਇੱਕ ਨੋਟਿਸ ਲਗਾ ਦਿੱਤਾ ਗਿਆ ਹੈ ਕਿ 2000 ਦੇ ਨੋਟ ਉਸ ਵੇਲੇ ਲਏ ਜਾਣਗੇ ਜਦੋਂ ਪੈਟਰੋਲ 2000 ਰੁਪਏ ਦਾ ਭਰਵਾਇਆ ਜਾਵੇਗਾ। 2000 ਦਾ ਨੋਟ ਪੈਟਰੋਲ ਪੰਪ ਦੇ ਉੱਤੇ ਚਲਾਉਣਾ ਹੈ ਜਲੰਧਰ ਦੇ ਵਿੱਚ ਤਾਂ ਪੈਟਰੋਲ ਵੀ 2000 ਦਾ ਪਾਉਣਾ ਹੋਵੇਗਾ। ਮਤਲਬ ਇਹ ਹੈ ਕਿ ਜੇ ਤੁਸੀਂ 2 ਵੀਲਰ ਲੈ ਕੇ ਪਹੁੰਚ ਗਏ ਤਾਂ ਫਿਰ 2000 ਵਾਲਾ ਨੋਟ ਨਹੀਂ ਉਹਨਾਂ ਨੇ ਲੈਣਾ। ਅੱਗੇ ਵਧਦੇ ਹਾਂ ਤੇ ਗੱਲ ਬਰਸਾਤ ਦੀ ਮੌਸਮ ਦੀ। ਪੰਜਾਬ ਦੇ ਵਿੱਚ ਮੀਂਹ ਦੇ ਨਾਲ ਚੱਲ ਰਿਹਾ ਤੇਜ਼ ਝੱਖੜ ਮੁਸੀਬਤ ਬਣਿਆ। ਕਪੂਰਥਲਾ ਦੇ ਪਿੰਡ ਤਲਵੰਡੀ ਕੁੱਕਾ ਦੇ ਵਿੱਚ ਇਸੇ ਝੱਖੜ ਨੇ ਮਹਿਲਾ ਦੀ ਜਾਨ ਲੈ ਲਈ। ਤੇ ਮਹਿਲਾ ਇੱਕ ਝੁੱਗੀ ਪਾ ਕੇ ਉਸ ਦੇ ਵਿੱਚ ਗੁਜ਼ਾਰਾ ਕਰਦੀ ਸੀ, ਪਰ ਤੇਜ਼ ਤੂਫਾਨ ਦੇ ਵਿੱਚ ਇੱਕ ਵੱਡਾ ਦਰਖਤ ਉਸ ਦੀ ਝੁੱਗੀ ਦੇ ਉੱਤੇ ਆ ਡਿੱਗਿਆ, ਜਿਸ ਕਾਰਨ ਮੌਕੇ ਤੇ ਹੀ ਮਹਿਲਾ ਦੀ ਮੌਤ ਹੋ ਗਈ, ਜਦਕਿ ਦੂਜੀ ਮਹਿਲਾ ਗੰਭੀਰ ਜ਼ਖਮੀ ਹੋਈ ਹੈ। मेरा बेबी मर गया, मेरा नानी का टांग टूट गया। बेबी मर गया आपका? क्या नाम था उसका? उसका नाम था माया।
ਤਪਦੀ ਗਰਮੀ ਤੋਂ ਬਚਣ ਦੇ ਲਈ ਮਹਿਲਾ ਨੇ ਦਰਖਤ ਦੀ ਛਾਂ ਹੇਠਾਂ ਇਹ ਝੁੱਗੀ ਬਣਾਈ ਸੀ। ਉਧਰ ਘਟਨਾ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਦੇ ਲਈ ਅੱਗੇ ਵੀ ਆਏ। ਇਹ ਕਿਸੇ ਵੇਲੇ ਵੀ ਕੋਈ ਵੀ ਹਾਦਸਾ ਹੋ ਸਕਦਾ। 93 ਇਹਦਾ ਨੰਬਰ ਲਾਏ ਆ। ਇਹ ਸੜਕ ਤੋਂ 1.5 ਮੀਟਰ 1.5 ਫੁੱਟ ਤੇ 2 ਫੁੱਟ ਤੇ ਹੋਵੇਗਾ। ਇਹ ਕਮ ਸੇ ਕਮ 6 ਫੁੱਟ ਥੱਲੇ ਹੋਣਾ ਚਾਹੀਦਾ। ਇਸ ਕਰਕੇ ਮਹਿਕਮੇ ਨੂੰ ਵੀ ਇਹਦਾ ਮੁਆਵਜ਼ਾ ਦੇਣਾ ਚਾਹੀਦਾ। ਮਜ਼ਦੂਰ ਪਰਿਵਾਰ 2 ਦਿਨ ਪਹਿਲਾਂ ਹੀ ਇੱਥੇ ਆਇਆ ਸੀ, ਪਰ 2 ਦਿਨ ਬਾਅਦ ਹੀ ਇਹ ਹਾਦਸਾ ਵਾਪਰ ਗਿਆ, ਜਿਨ੍ਹਾਂ ਦੇ ਲਈ ਪਿੰਡ ਵਾਸੀਆਂ ਨੇ ਹੁਣ ਮੁਆਵਜ਼ੇ ਦੀ ਮੰਗ ਕੀਤੀ ਹੈ। ਬਰਸਾਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬਰਸਾਤ ਹੋਈ ਔਰ ਤੇਜ਼ ਹਨੇਰੀ ਦੀ ਵਜ੍ਹਾ ਦੇ ਨਾਲ ਕਈ ਥਾਵਾਂ ਦੇ ਉੱਤੇ ਦਿੱਕਤਾਂ ਵੀ ਆਈਆਂ ਨੇ। ਕੁਝ ਹੋਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਅਬੋਹਰ ਤੋਂ। ਅਬੋਹਰ ਸਣੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਬਰਸਾਤ ਹੋਈ ਹੈ ਤੇ ਅਬੋਹਰ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ। ਤੇਜ਼ ਹਨੇਰੀ ਤੋਂ ਬਾਅਦ ਮੀਂਹ ਤੇ ਗੜੇਮਾਰੀ ਨੇ ਫਸਲਾਂ, ਖਾਸ ਤੌਰ ਤੇ ਜਿਹੜੇ ਬਾਗ ਨੇ ਉੱਥੇ, ਉਹਨਾਂ ਦਾ ਨੁਕਸਾਨ ਕੀਤਾ। 10 ਮਿੰਟ ਤੱਕ ਗੜੇਮਾਰੀ ਹੁੰਦੀ ਰਹੀ। ਖੇਤਾਂ ਦੇ ਵਿੱਚ ਬਰਫ਼ ਦੀ ਜਿਵੇਂ ਚਿੱਟੀ ਚਾਦਰ ਵਿਛ ਗਈ ਹੋਵੇ। ਅਬੋਹਰ ਵਾਲੇ ਇਲਾਕੇ ਦੇ ਵਿੱਚ ਜਿਹੜੇ ਉੱਥੇ ਦੇ ਰਹਿਣ ਵਾਲੇ ਨੇ ਉਹ ਬਖੂਬੀ ਅੱਜ ਉਹਨਾਂ ਨੇ ਦੇਖੀ ਹੋਏਗੀ ਇਹ ਬਰਫ਼ ਦੀ ਚਾਦਰ। ਹਾਲਾਂਕਿ ਮੀਂਹ ਪੈਣ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ, ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ। ਉਧਰ ਜਲਾਲਾਬਾਦ ਦੇ ਪਿੰਡ ਮੰਨੇਵਾਲਾ ਚੋਂ ਲੰਘਦੇ ਮਾਈਨਰ ਦੇ ਵਿੱਚ ਇੱਕ ਹਫ਼ਤੇ ਅੰਦਰ ਚੌਥੀ ਵਾਰ ਪਾੜ ਪਿਆ। ਪੂਰਾ ਇਲਾਕਾ ਦੇਖਦੇ ਹੀ ਦੇਖਦੇ ਤਲਾਬ ਬਣ ਗਿਆ। ਤੇ ਸਕੂਲਾਂ ਦੀ ਤਸਵੀਰ ਸੌਣ ਦੀਆਂ ਬਰਸਾਤਾਂ ਦਾ ਭੁਲੇਖਾ ਪਾਉਂਦੀਆਂ ਨੇ। ਸਕੂਲ 'ਚ ਗੋਡੇ-ਗੋਡੇ ਪਾਣੀ ਭਰਿਆ, ਜਿਸ ਕਾਰਨ ਸਕੂਲ ਨੂੰ ਅੱਧ ਵਿਚਾਲੇ ਹੀ ਬੰਦ ਕਰਨਾ ਪਿਆ। 4 ਵਾਰੀ ਟੁੱਟ ਚੁੱਕੀ ਹੈ। ਅੱਜ ਸਾਨੂੰ 8 ਦਿਨ ਹੋ ਗਏ ਨੇ। ਅਸੀਂ ਆ ਜਿਹੜੇ ਕਿ ਨਾਲ ਕਰ ਰਹੇ ਨੇ, ਐਸਡੀਐਮ ਨੂੰ ਫੋਨ ਕਰ ਰਹੇ ਨੇ, ਨਾਲ ਕਰ ਸਾਰੇ ਰਹੇ ਆ, ਜਿਨ੍ਹਾਂ ਨੂੰ ਇਸ ਪਾਣੀ ਦੀ ਮਾਰ ਥੱਲੇ ਆਉਂਦੇ ਨੇ। ਮਾਪੇ ਆਪਣੇ ਬੱਚਿਆਂ ਨੂੰ ਵਾਪਸ ਲੈ ਗਏ। ਉਧਰ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਤੇ ਪੜਾਸ ਕੱਢੀ ਅਤੇ ਨਹਿਰ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ। मेरे 1 किला मतलब पट्ठे ने, जो मेरे पशु 10 पशु ने मेरे को, मैं रोज मतलब मुल पट्ठे लिया रहा। मेरा 10,000 बीज का खर्चा हो चुका है। मैं सवेरे गवर्नमेंट ते केस करके इनका मुआवजा लवांगा मैं। ਹਾਲਾਂਕਿ ਪਾੜ ਪੈਣ ਦਾ ਕਾਰਨ ਨਹਿਰ ਦੇ ਕੰਢਿਆਂ ਨੂੰ ਵੱਢ ਕੇ ਕਿਤੇ ਨਜਾਇਜ਼ ਕਬਜ਼ਿਆਂ ਨੂੰ ਵੀ ਮੰਨਿਆ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਨਹਿਰੀ ਪਾੜ ਦੇ ਵਿੱਚੋਂ ਵਿਭਾਗੀ ਨਾਕਾਮੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ। ਗੋਡੇ-ਗੋਡੇ ਚਾਹ ਦਾ ਅੱਜਕੱਲ ਖੂਬ ਚਰਚਾ ਹੈ, ਪਰ ਇੱਥੇ ਗੋਡੇ-ਗੋਡੇ ਪਾਣੀ ਦੀ ਵੀ ਖੂਬ ਚਰਚਾ ਹੋ ਰਹੀ ਹੈ। ਔਰ ਜਦੋਂ ਹਫ਼ਤੇ 'ਚ ਚੌਥੀ ਵਾਰ ਪਾੜ ਪੈ ਜਾਵੇ ਫਿਰ ਫਰਕ ਤਾਂ ਪੈਂਦਾ। ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ। ਭਾਰੀ ਬਰਫ਼ਬਾਰੀ ਤੋਂ ਬਾਅਦ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਫਿਲਹਾਲ ਰੋਕਣਾ ਪਿਆ। ਚਬੋਲੀ ਦੇ ਵਿੱਚ ਬਰਫ਼ਬਾਰੀ ਅਤੇ ਮੀਂਹ ਦੇ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਕਾਂਗਰੀਆ ਦੇ ਵਿੱਚ ਰੋਕੀ ਗਈ। ਕਾਂਗਰੀਆ ਦੇ ਵਿੱਚ ਕਰੀਬ 1130 ਮੁਸਾਫਰਾਂ ਨੂੰ ਰੋਕਿਆ ਗਿਆ। ਹਾਲਾਂਕਿ ਬਦਰੀਨਾਥ ਧਾਮ ਤੱਕ ਦੀ ਯਾਤਰਾ ਫਿਲਹਾਲ ਚੱਲ ਰਹੀ ਹੈ। हेमकुंड साहिब में जहां बर्फबारी होने की वजह से यात्रा को कांगरिया में रोक दिया गया है, तो बद्रीनाथ धाम की यात्रा पर भी प्रशासन नजर बनाए हुए है। हालांकि बद्रीनाथ धाम की यात्रा सुचारू है, सड़क मार्ग खुले हुए हैं, लेकिन बारिश की वजह से बद्रीनाथ धाम में लगातार ठंड बढ़ रही है। ਉੱਥੇ ਕੇਦਾਰਨਾਥ ਅਤੇ ਯਮਨੋਤਰੀ ਧਾਮ ਦੇ ਵਿੱਚ ਵੀ ਮੌਸਮ ਖਰਾਬ ਹੈ। ਮੀਂਹ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਦੋਂ ਕਿ ਉੱਚੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋ ਰਹੀ ਹੈ। ਅਜੇ ਮੌਸਮ ਸਾਫ਼ ਹੋਣ ਤੱਕ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸ਼ਰਧਾਲੂਆਂ ਦੀ ਸੀਮਤ ਗਿਣਤੀ ਰੱਖਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਇਲਾਵਾ ਅਗਲੇ ਹੁਕਮਾਂ ਤੱਕ ਬਿਮਾਰ ਲੋਕਾਂ ਨੂੰ, ਬੱਚਿਆਂ ਅਤੇ ਬਜ਼ੁਰਗਾਂ ਨੂੰ ਹੇਮਕੁੰਟ ਯਾਤਰਾ ਦੀ ਪਰਮਿਸ਼ਨ ਨਹੀਂ ਦਿੱਤੀ ਜਾਵੇਗੀ। ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਰਾਹੁਲ ਗਾਂਧੀ ਦੀ। ਖੂਬ ਚਰਚਾ ਦੇ ਵਿੱਚ ਨੇ। ਟਰੱਕ ਦੇ ਵਿੱਚ ਨਜ਼ਰ ਆਏ ਸੀ, ਕਰੀਬ 50 ਕਿਲੋਮੀਟਰ ਸਫ਼ਰ ਕੀਤਾ ਤੇ ਹੁਣ ਕੁਰੂਕਸ਼ੇਤਰ ਦੇ ਵਿੱਚ ਵੀ ਰਾਹੁਲ ਗਾਂਧੀ ਦਾ ਕਾਫਲਾ ਰੁਕਿਆ। ਦਰਅਸਲ ਰਾਹੁਲ ਗਾਂਧੀ ਸ਼ਿਮਲਾ ਤੋਂ ਦਿੱਲੀ ਵਾਪਸ ਜਾ ਰਹੇ ਸੀ ਤੇ ਇਸ ਦੌਰਾਨ ਸ਼ਾਹਬਾਦ ਮਾਰਕੰਡਾ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਉੱਤੇ ਰਾਹੁਲ ਗਾਂਧੀ ਦਾ ਕਾਫਲਾ ਰੁਕਿਆ। ਰਾਹੁਲ ਗੱਡੀ ਤੋਂ ਬਾਹਰ ਆਏ, ਕੁਝ ਸਮਾਂ ਆਪਣੇ ਫੋਨ ਦੇ ਉੱਤੇ ਬਿਜ਼ੀ ਦਿਖੇ। ਇੱਕ ਵਾਈਟ ਕਲਰ ਦਾ ਡੌਗ ਵੀ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਮੌਜੂਦ ਸੀ। ਥੋੜੀ ਦੇਰ ਉੱਥੋਂ ਰੁਕੇ ਤੇ ਉਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਉੱਥੋਂ ਦੁਬਾਰਾ ਗੱਡੀ 'ਚ ਬੈਠ ਕੇ ਰਵਾਨਾ ਹੋਏ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਅੰਮ੍ਰਿਤਸਰੀ ਸੇਬ ਦੀ। ਜੀ ਹਾਂ, ਠੀਕ ਸੁਣਿਆ ਤੁਸੀਂ, ਕਿਉਂਕਿ ਕਸ਼ਮੀਰੀ ਸੇਬ, ਕਿਨੌਰੀ ਸੇਬ ਇਹ ਤਾਂ ਸੁਣਿਆ ਹੋਏਗਾ, ਪਰ ਅੰਮ੍ਰਿਤਸਰੀ ਸੇਬ ਦਾ ਜ਼ਿਕਰ ਇਹ ਪਿੰਡ ਫੇਰੂਮਾਨ ਦੇ ਵਿੱਚ ਇੱਕ ਅਗਾਂਹਵਧੂ ਕਿਸਾਨ ਨੇ ਅਣਹੋਣੀ ਨੂੰ ਹੋਣੀ ਕਰਕੇ ਦਿਖਾ ਦਿੱਤਾ। ਤੇ ਇਹ ਸੇਬ ਹਿਮਾਚਲੀ ਨਹੀਂ, ਸਗੋਂ ਅੰਮ੍ਰਿਤਸਰੀ ਨੇ।
ਇਹ ਸੇਬ ਹਿਮਾਚਲ 'ਚ ਨਹੀਂ ਅੰਮ੍ਰਿਤਸਰ ਦੀ ਧਰਤੀ ਤੇ ਲੱਗੇ ਨੇ, ਜਿਨ੍ਹਾਂ ਨੂੰ 3 ਸਾਲ ਦੀ ਮਿਹਨਤ ਤੋਂ ਬਾਅਦ ਕਿਸਾਨ ਸਰਵਨ ਸਿੰਘ ਗੌਂਚ ਕਾਮਯਾਬ ਰਹੇ। ਇਹਦੇ ਵਿੱਚ ਜਿੰਨੇ ਖੇਤੀ ਸ਼ੁਰੂ ਕਰਨੀ ਹੈ ਪਹਿਲਾਂ 100 ਪੌਦੇ ਤੋਂ 50 ਪੌਦੇ ਤੋਂ 10 ਪੌਦੇ ਤੋਂ ਸ਼ੁਰੂ ਕਰੇ, ਉਹਨੂੰ ਦੇਖੇ, ਉਹ ਪਾਲ ਸਕਦਾ, ਉਹਨੂੰ ਕਰ ਸਕਦਾ, ਉਦੋਂ ਬਾਅਦ ਉਹ ਕਿੱਲਾ ਲਾਵੇ 2 ਕਿੱਲਾ ਲਾਵੇ, ਉਹਦਾ ਕੋਈ ਮਤਲਬ ਨਹੀਂ, ਉਹ ਕਰ ਸਕਦਾ। ਕਿਸਾਨ ਸਰਵਨ ਸਿੰਘ ਦੇ ਮੁਤਾਬਿਕ ਜੇਕਰ ਸੇਬ ਦੀ ਖੇਤੀ ਪੰਜਾਬ ਦੇ ਵਿੱਚ ਕੀਤੀ ਜਾਵੇ ਤਾਂ ਨਾ ਸਿਰਫ ਇਹ ਚੰਗਾ ਬਦਲ ਸਾਬਤ ਹੋਵੇਗਾ, ਸਗੋਂ ਕਿਸਾਨਾਂ ਦੇ ਲਈ ਚੰਗੀ ਆਮਦਨ ਦਾ ਸਾਧਨ ਵੀ ਬਣ ਸਕਦਾ ਹੈ। ਮੇਰੇ ਹਿਸਾਬ ਨਾਲ ਤੇ ਅਮਰੂਦ ਹੀ ਆ, ਕੋਈ ਜ਼ਿਆਦਾ ਜਿਹੜਾ ਕਮਰਸ਼ੀਅਲ ਅਮਰੂਦ ਆਪਾਂ ਪੈਦਾ ਨਹੀਂ ਕਰ ਰਹੇ, ਤੇ ਇਹਦੇ ਵਿੱਚ ਅਸੀਂ ਸੇਬ ਪੈਦਾ ਕਰਕੇ ਜੇ ਬਾਕੀ ਇੰਡੀਆ ਨੂੰ ਹੀ ਦੇਣਾ ਸ਼ੁਰੂ ਕਰ ਦਈਏ ਤੇ ਸਾਡੇ ਵਾਸਤੇ ਇੱਕ ਖੇਤੀ ਨੂੰ ਬਦਲਣ ਦਾ ਧੰਦਾ ਇੱਕ ਬਹੁਤ ਵੱਡਾ ਸਕੋਪ ਸਾਨੂੰ ਮਿਲ ਰਿਹਾ ਵਾ। ਹਿਮਾਚਲ ਅਤੇ ਕਸ਼ਮੀਰ ਦੇ ਵਿੱਚ ਆਮ ਤੌਰ ਤੇ ਸੇਬ ਸਰਦੀ ਦੇ ਮੌਸਮ ਦੇ ਵਿੱਚ ਪੱਕਦਾ ਹੈ, ਪਰ ਅੰਮ੍ਰਿਤਸਰ 'ਚ ਇਹ ਉਲਟਾ ਹੋ ਰਿਹਾ ਹੈ ਤੇ ਜੇਕਰ ਇਸ ਧੰਦੇ ਨੂੰ ਅੱਗੇ ਵਧਾਇਆ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਦੇ ਬਾਰੇ ਨਿਆਰੇ ਹੋ ਸਕਦੇ ਨੇ। ਖੈਰ ਅੰਮ੍ਰਿਤਸਰ ਦੇ ਕੁਲਚੇ ਛੋਲੇ, ਅੰਮ੍ਰਿਤਸਰੀ ਹੋਰ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਮਸ਼ਹੂਰ ਨੇ, ਪਰ ਉਮੀਦ ਹੈ ਕਿ ਜਲਦੀ ਅੰਮ੍ਰਿਤਸਰੀ ਸੇਬ ਵੀ ਖੂਬ ਚਰਚਾ ਦਾ ਵਿਸ਼ਾ ਬਣੇਗਾ। ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ, ਤੇ ਸਵਾਲ ਦਾ ਜਵਾਬ ਤੁਹਾਡੇ ਨਾਲ ਸਾਂਝਾ ਕਰਨ ਦਾ ਸਮਾਂ ਹੈ। ਸਵਾਲ ਅਸੀਂ ਪੁੱਛਿਆ ਕਿ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਅਦਾਕਾਰ ਕੌਣ ਸਨ। ਇਹ ਸਵਾਲ ਇਸ ਕਰਕੇ ਕਿਉਂਕਿ ਗਿੱਪੀ ਗਰੇਵਾਲ ਦੀ ਮੁਲਾਕਾਤ ਹੋਈ ਹੈ ਗਜੇਂਦਰ ਸ਼ੇਖਾਵਤ ਦੇ ਨਾਲ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਮੁੰਬਈ ਦੇ ਵਿੱਚ ਮਿਲੇ ਸੁਖਵਿੰਦਰ ਦੇ ਨਾਲ। ਤਾਂ ਜਦੋਂ ਗਾਇਕੀ ਜਾਂ ਫਿਰ ਕਿਸੇ ਹੋਰ ਫੀਲਡ ਦੇ ਵੱਡੇ ਨਾਮ ਜਾ ਕੇ ਸਿਆਸਤਦਾਨਾਂ ਨਾਲ ਮਿਲਦੇ ਨੇ ਤਾਂ ਫਿਰ ਕਿਆਸ ਲੱਗਦੇ ਨੇ ਕਿ ਉਹ ਪੋਲੀਟੀਕਲ ਪਾਰਟੀਆਂ ਵਾਲੇ ਪਾਸੇ ਜਾ ਸਕਦੇ ਨੇ। ਇਸ ਕਰਕੇ ਇਹ ਸਵਾਲ ਕਿ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਅਦਾਕਾਰ ਕੌਣ ਸੀ, 4 ਆਪਸ਼ਨ ਤੁਹਾਨੂੰ ਦਿੱਤੇ। ਸਹੀ ਜਵਾਬ ਕੀ ਹੋ ਕੁਝ ਹੀ ਪਲਾਂ 'ਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਸਹੀ ਜਵਾਬ ਹੈ ਆਪਸ਼ਨ ਏ, MG ਰਾਮਚੰਦਰਨ। ਜਾਂ MG ਰਾਮਚੰਦਰਨ MGR ਦੇ ਨਾਮ ਦੇ ਨਾਲ ਵੀ ਉਹ ਮਸ਼ਹੂਰ ਹੋਏ। ਮਾਰੂਦਰ ਗੋਪਾਲਨ ਰਾਮਚੰਦਰਨ ਤਮਿਲ ਫਿਲਮਾਂ ਦੇ ਅਦਾਕਾਰ ਅਤੇ ਸਿਆਸਤਦਾਨ ਸਨ। MGR 1977 ਤੋਂ ਲੈ ਕੇ 1987 ਤੱਕ ਤਮਿਲਨਾਡੂ ਦੇ ਮੁੱਖ ਮੰਤਰੀ ਰਹੇ। MGR ਦਾ ਜਨਮ ਸ਼੍ਰੀਲੰਕਾ ਦੇ ਵਿੱਚ ਹੋਇਆ ਸੀ। 1988 ਚ MGR ਨੂੰ ਦੇਹਾਂਤ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਵੀ ਦਿੱਤਾ ਗਿਆ ਸੀ। ਪਰ ਉਹਨਾਂ ਦੇ ਜ਼ਿੰਦਗੀ 'ਚ ਕਰੀਅਰ ਦੀ ਸ਼ੁਰੂਆਤ ਹੋਈ ਸੀ ਬਤੌਰ ਅਦਾਕਾਰ, ਤੇ ਉਸ ਤੋਂ ਬਾਅਦ ਉਹ ਪੋਲੀਟੀਕਲ ਤੌਰ ਦੇ ਉੱਤੇ ਐਕਟਿਵ ਹੋਏ ਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਵਾਲੇ ਪਹਿਲੇ ਅਦਾਕਾਰ ਟਰਨਡ ਪੋਲੀਟੀਸ਼ੀਅਨ ਬਣ ਗਏ। ਤੇ ਵਾਰੀ ਅੱਜ ਦੇ ਇਤਿਹਾਸ ਦੀ। 25 ਮਈ ਦਾ ਇਤਿਹਾਸ ਕੀ ਕੁਝ ਕਹਿੰਦਾ, ਹੁਣ ਜ਼ਿਕਰ ਉਸ ਦਾ। 25 ਮਈ ਦਾ ਇਤਿਹਾਸ ਥਾਇਰਾਇਡ ਜਾਗਰੂਕਤਾ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 2008 ਦੇ ਵਿੱਚ ਕੀਤੀ ਗਈ ਸੀ, ਜਦੋਂ ਯੂਰੋਪੀਅਨ ਥਾਇਰਾਇਡ ਐਸੋਸੀਏਸ਼ਨ ਨੇ ਥਾਇਰਾਇਡ ਜਾਗਰੂਕਤਾ ਦਿਵਸ ਮਨਾਉਣ ਨੂੰ ਲੈ ਕੇ ਇੱਕ ਮਤਾ ਰੱਖਿਆ। ETA ਨੇ 25 ਮਈ ਨੂੰ ਅਧਿਕਾਰਿਕ ਤੌਰ ਦੇ ਉੱਤੇ ਥਾਇਰਾਇਡ ਡੇ ਦੇ ਰੂਪ ਦੇ ਵਿੱਚ ਇਸ ਨੂੰ ਅਪਣਾਇਆ। 25 ਮਈ ਨੂੰ ਹੀ ਥਾਇਰਾਇਡ ਜਾਗਰੂਕਤਾ ਦਿਵਸ ਮਨਾਉਣ ਦਾ ਮੁੱਖ ਮਕਸਦ ਇਹ ਹੈ ਕਿ 25 ਮਈ 1965 ਦੇ ਦਿਨ ਹੀ ਯੂਰੋਪੀਅਨ ਥਾਇਰਾਇਡ ਐਸੋਸੀਏਸ਼ਨ ਦੀ ਸਥਾਪਨਾ ਹੋਈ ਸੀ। ਤਾਂ ਸਵਾਲ ਤੇ ਜਾਣਕਾਰੀ ਦੇ ਜ਼ਰੀਏ, ਇਤਿਹਾਸ ਦੇ ਜ਼ਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਾਣਕਾਰੀ ਤੁਹਾਡੇ ਤੱਕ ਪਹੁੰਚੇ। ਜਾਣਕਾਰੀ ਜ਼ਰੂਰੀ ਹੈ ਕਿਉਂਕਿ ਜਾਣਕਾਰੀ ਹੋਣ ਦੇ ਨਾਲ ਵੀ ਫਰਕ ਤਾਂ ਪੈਂਦਾ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ। ਧੰਨਵਾਦ।